ਸਤਿ ਸ਼੍ਰੀ ਅਕਾਲ ਜੀ। ਇਸ ਐਕਸਰਸਾਈਜ਼ ਦੇ ਵਿੱਚ ਅਸੀਂ ਸਿੱਖਾਂਗੇ ਐਂਗੂਲਰ ਮੇਜਰਿੰਗ ਇਨਸਟਰੂਮੈਂਟ ਐਕਿਊਟ ਐਂਗਲ ਨੂੰ ਪ੍ਰੈਕਟਿਸ ਕਰਨ ਬਾਰੇ। ਚਲਿਏ ਅਸੀਂ ਸਿੱਖਦੇ ਹਾਂ। ਆਓ ਇਸ ਸੈਸ਼ਨ ਦੇ ਉਦੇਸ਼ ਦੇਖੀਏ। ਇਸ ਸੈਸ਼ਨ ਦੇ ਅੰਤ ਵਿੱਚ ਤੁਸੀਂ ਇਹ ਕਰ ਸਕੋਗੇ। ਇੱਕ ਯੂਨੀਵਰਸਲ ਬੈਵਲ ਪ੍ਰੋਟੈਕਟਰ ਦੇ ਹਿੱਸਿਆਂ ਦੀ ਪਛਾਣ ਕਰਨਾ। ਵਰਨੀਅਰ ਬੈਵਲ ਪ੍ਰੋਟੈਕਟਰ ਦੀ ਵਰਤੋਂ ਕਰਦੇ ਹੋਏ ਹਿੱਸਿਆਂ ਦੇ ਵੱਖ-ਵੱਖ ਅਕਿਊਟ ਐਂਗਲਸ ਮਾਪਣਾ। ਅਕਿਊਟ ਐਂਗਲ ਸੈਟਿੰਗ ਲਈ ਵਰਨੀਅਰ ਬੈਵਲ ਪ੍ਰੋਟੈਕਟਰ ਰੀਡ ਕਰਨਾ। ਆਓ ਪ੍ਰਕਿਰਿਆ ਲਈ ਲੋੜੀਂਦੇ ਟੂਲਸ ਦੇਖੀਏ। ਸਟੀਲ ਰੂਲ, ਬੈਂਚ ਵਾਈਜ਼, ਟ੍ਰਾਈ ਸਕੁਏਅਰ, files of different grades and sizes, marking media, dot punch, ball peen hammer, anvil, surface table, angle plate, vernier height gauge, drills of various sizes, drilling machine, chuck key, small flat chisel, hexa blade with frame, vernier bevel protector, vernier caliper, lubricating oil। ਆਓ ਹੁਣ ਵਰਨੀਅਰ ਬੈਵਲ ਪ੍ਰੋਟੈਕਟਰ ਬਾਰੇ ਜਾਣੀਏ। ਵਰਨੀਅਰ ਬੈਵਲ ਪ੍ਰੋਟੈਕਟਰ ਇੱਕ ਸ਼ੁੱਧ ਯੰਤਰ ਹੈ ਜੋ ਐਂਗਲਸ ਨੂੰ 5 ਮਿੰਟ ਦੀ ਸਟੀਕਤਾ ਨਾਲ ਮਾਪਣ ਲਈ ਬਣਿਆ ਹੈ। ਯਾਨੀ 1/12 of a degree। ਵਰਨੀਅਰ ਬੈਵਲ ਪ੍ਰੋਟੈਕਟਰ ਵਿੱਚ ਹੇਠ ਲਿਖੇ ਹਿੱਸੇ ਹੁੰਦੇ ਹਨ: ਸਟਾਕ, ਡਿਸਕ, ਡਾਇਲ, ਬਲੇਡ, ਲੌਕਿੰਗ ਸਕਰਿਊਜ਼। ਸਟਾਕ ਐਂਗਲ ਮਾਪਣ ਵਿੱਚ ਸਟਾਕ ਸੰਪਰਕ ਸਤ੍ਹਾ ਪ੍ਰਦਾਨ ਕਰਦਾ ਹੈ। ਡਿਸਕ ਇਸ ਦਾ ਇੱਕ ਮੁੱਖ ਸਕੇਲ ਹੈ ਜੋ 1 ਡਿਗਰੀ ਹਰੇਕ ਦੇ 360 ਬਰਾਬਰ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਉਹ 0 ਤੋਂ 90 ਡਿਗਰੀ ਜਾਂ 0 ਤੋਂ 180 ਡਿਗਰੀ ਦੇ ਗ੍ਰੈਜੂਏਸ਼ਨ ਵਿੱਚ ਹੁੰਦੇ ਹਨ। ਡਾਇਲ ਇਹ ਡਿਸਕ ਦੇ ਸੈਂਟਰ ਵਿੱਚ ਸਥਿਤ ਹੈ ਅਤੇ ਇਸ ਵਿੱਚ ਵਰਨੀਅਰ ਸਕੇਲ ਵੀ ਲਿਖਿਆ ਹੈ। ਵਰਨੀਅਰ ਸਕੇਲ ਵਿੱਚ 0 ਦੇ ਸੱਜੇ ਅਤੇ ਖੱਬੇ 12 ਭਾਗ ਹੁੰਦੇ ਹਨ। ਵਰਨੀਅਰ ਸਕੇਲ ਦੀਆਂ 12 ਡਿਵੀਜ਼ਨਸ ਮੁੱਖ ਸਕੇਲ ਉੱਤੇ 23 ਡਿਵੀਜ਼ਨਸ ਦੇ ਬਰਾਬਰ ਹਨ। ਮਾਪਾਂ ਨੂੰ ਸਪਸ਼ਟ ਰੂਪ ਵਿੱਚ ਪੜ੍ਹਨ ਲਈ ਇੱਕ ਮੈਗਨੀਫਾਇੰਗ ਗਲਾਸ ਦੀ ਵਰਤੋਂ ਕੀਤੀ ਜਾਂਦੀ ਹੈ। ਬਲੇਡ ਪ੍ਰੋਟੈਕਟਰ ਦੀ ਦੂਜੀ ਸੰਪਰਕ ਸਤ੍ਹਾ ਹੈ ਜੋ ਮਾਪੀ ਜਾ ਰਹੀ ਸਤ੍ਹਾ ਦੇ ਸੰਪਰਕ ਵਿੱਚ ਆਉਂਦੀ ਹੈ। ਲੌਕਿੰਗ ਸਕਰਿਊਜ਼ ਇਸ ਵਿੱਚ 2 ਲੌਕਿੰਗ ਸਕਰਿਊ ਹਨ ਜਿਨ੍ਹਾਂ ਵਿੱਚੋਂ ਇੱਕ ਡਾਇਲ ਲੌਕ ਕਰਨ ਲਈ ਅਤੇ ਦੂਜਾ ਬਲੇਡ ਨੂੰ ਲੌਕ ਕਰਨ ਲਈ ਵਰਤਿਆ ਜਾਂਦਾ ਹੈ। ਵਰਨੀਅਰ ਬੈਵਲ ਪ੍ਰੋਟੈਕਟਰ ਦੀ ਘੱਟੋ-ਘੱਟ ਗਿਣਤੀ ਇਕੁਅਲ ਟੂ ਮੁੱਖ ਸਕੇਲ ਉੱਤੇ ਇੱਕ ਡਿਵੀਜ਼ਨ ਦੀ ਵੈਲਿਊ ਡਿਵਾਈਡਡ ਬਾਈ ਵਰਨੀਅਰ ਸਕੇਲ ਤੇ ਡਿਵੀਜ਼ਨ ਦੀ ਕੁੱਲ ਗਿਣਤੀ। ਵਰਨੀਅਰ ਬੈਵਲ ਪ੍ਰੋਟੈਕਟਰ ਦੀ ਘੱਟੋ-ਘੱਟ ਗਿਣਤੀ ਇਕੁਅਲ ਟੂ 1 ਡਿਵਾਈਡਡ ਬਾਈ 12 ਯਾਨੀ ਕਿ 0.0833 ਡਿਗਰੀ ਇਕੁਅਲ ਟੂ 5 ਮਿੰਟ। ਪਹਿਲਾ ਮੁੱਖ ਸਕੇਲ ਤੇ 0 ਅਤੇ ਵਰਨੀਅਰ ਸਕੇਲ ਦੇ 0 ਇਕੁਅਲ ਟੂ 41 ਡਿਗਰੀ ਦੇ ਵਿਚਕਾਰ ਪੂਰੀ ਡਿਗਰੀਆਂ ਦੀ ਗਿਣਤੀ ਪੜ੍ਹੋ। ਵਰਨੀਅਰ ਸਕੇਲ ਉੱਤੇ ਉਹ ਲਾਈਨ ਨੋਟ ਕਰੋ ਜੋ ਮੁੱਖ ਸਕੇਲ ਦੀਆਂ ਡਿਵੀਜ਼ਨਾਂ ਵਿੱਚੋਂ ਕਿਸੇ ਇੱਕ ਨਾਲ ਬਿਲਕੁਲ ਮੇਲ ਖਾਂਦੀ ਹੈ ਅਤੇ ਮਿੰਟਾਂ ਵਿੱਚ ਇਸ ਦੀ ਵੈਲਿਊ ਨਿਰਧਾਰਿਤ ਕਰਦੀ ਹੈ। ਵਰਨੀਅਰ ਸਕੇਲ ਰੀਡਿੰਗ ਲੈਣ ਲਈ ਸਭ ਤੋਂ ਘੱਟ ਗਿਣਤੀ ਨਾਲ ਮੇਲ ਖਾਂਦੀਆਂ ਡਿਵੀਜ਼ਨਾਂ ਨੂੰ ਗੁਣਾ ਕਰੋ। ਉਦਾਹਰਨ ਦੇ ਤੌਰ ਤੇ 10 into 5 minutes equal to 50 minutes। ਮਾਪ ਪ੍ਰਾਪਤ ਕਰਨ ਲਈ ਦੋਨਾਂ ਰੀਡਿੰਗਾਂ ਨੂੰ ਮਿਲਾਓ। equal to 41 degrees 50 minutes।
ਜੇ ਤੁਸੀਂ ਮੁੱਖ ਸਕੇਲ ਨੂੰ ਘੜੀ ਦੀ ਉਲਟ ਦਿਸ਼ਾ ਵਿੱਚ ਪੜ੍ਹਦੇ ਹੋ ਤਾਂ ਵਰਨੀਅਰ ਸਕੇਲ ਨੂੰ ਵੀ 0 ਤੋਂ ਘੜੀ ਦੀ ਉਲਟ ਦਿਸ਼ਾ ਵਿੱਚ ਪੜ੍ਹੋ। ਜੇ ਤੁਸੀਂ ਮੁੱਖ ਸਕੇਲ ਨੂੰ ਘੜੀ ਦੀ ਦਿਸ਼ਾ ਵਿੱਚ ਪੜ੍ਹਦੇ ਹੋ ਤਾਂ ਵਰਨੀਅਰ ਸਕੇਲ ਨੂੰ ਵੀ 0 ਤੋਂ ਘੜੀ ਦੀ ਦਿਸ਼ਾ ਵਿੱਚ ਪੜ੍ਹੋ। ਵਰਨੀਅਰ ਸਕੇਲ ਰੀਡਿੰਗ ਨੂੰ ਖੱਬੇ ਪਾਸੇ ਲੈਤਾ ਜਾਂਦਾ ਹੈ ਜਿਵੇਂ ਕਿ ਤੀਰ ਦੁਆਰਾ ਦਰਸਾਇਆ ਗਿਆ ਹੈ। ਅਬਟਿਊਜ਼ ਐਂਗਲ ਵੈਲਿਊ ਪ੍ਰਾਪਤ ਕਰਨ ਲਈ ਰੀਡਿੰਗ ਵੈਲਿਊ ਨੂੰ 180 ਡਿਗਰੀ ਤੋਂ ਘਟਾਇਆ ਜਾਂਦਾ ਹੈ। ਰੀਡਿੰਗ 22 degrees 30 minutes। ਮਾਪ 180 degrees minus 22 degree 30 minutes equal to 157 degrees 30 minutes। ਵਰਤੋਂ ਤੋਂ ਪਹਿਲਾਂ ਪ੍ਰੋਟੈਕਟਰ ਸਾਫ਼ ਕਰੋ ਅਤੇ ਵਰਤੋਂ ਤੋਂ ਬਾਅਦ ਇਸ ਨੂੰ ਤੇਲ ਦੇ ਕੋਟ ਨਾਲ ਸੁਰੱਖਿਅਤ ਜਗ੍ਹਾ ਤੇ ਰੱਖੋ। ਆਓ ਹੁਣ ਬੇਵਲ ਪ੍ਰੋਟੈਕਟਰ ਦੀ ਵਰਤੋਂ ਕਰਕੇ ਐਂਗਲਜ਼ ਮਾਪਣ ਲਈ ਸਪੇਸੀਮਨ ਤਿਆਰ ਕਰਨਾ ਸਿੱਖੀਏ। ਸਟੀਲ ਰੂਲ ਦੀ ਵਰਤੋਂ ਕਰਦੇ ਹੋਏ ਰॉ ਮਟੀਰੀਅਲ ਦੇ ਆਕਾਰ ਦੀ ਜਾਂਚ ਕਰੋ। ਬਾਸਟਰਡ ਫਾਈਲ ਦੀ ਵਰਤੋਂ ਕਰਦੇ ਹੋਏ ਸਾਰੇ ਫੇਸਿਸ ਫਾਈਲ ਕਰੋ। ਟਰਾਈ ਸਕੁਏਅਰ ਦੀ ਵਰਤੋਂ ਕਰਕੇ ਪੈਰਲਲਿਜ਼ਮ ਅਤੇ ਪਰਪੈਂਡੀਕੁਲੈਰਿਟੀ ਨੂੰ ਯਕੀਨੀ ਬਣਾਓ। ਫੇਸ A ਉੱਤੇ ਮਾਰਕਿੰਗ ਮੀਡੀਆ ਅਪਲਾਈ ਕਰੋ। ਵਰਨੀਅਰ ਹਾਈਟ ਗੇਜ ਦੀ ਵਰਤੋਂ ਕਰਦੇ ਹੋਏ 70 mm into 40 mm ਦਾ ਆਕਾਰ ਮਾਰਕ ਕਰੋ। ਇੱਕ ਐਨਵਿਲ ਉੱਤੇ ਡਾਟ ਪੰਚ ਅਤੇ ਬਾਲ ਪੀਨ ਹੈਮਰ ਦੀ ਵਰਤੋਂ ਕਰਦੇ ਹੋਏ ਵਰਕਪੀਸ ਉੱਤੇ ਵਿਟਨੈਸ ਮਾਰਕ ਕਰੋ। ਫਾਈਲਾਂ ਦੇ ਵੱਖ-ਵੱਖ ਗ੍ਰੇਡਾਂ ਦੀ ਵਰਤੋਂ ਕਰਦੇ ਹੋਏ ਸਬੰਧਤ ਆਕਾਰ ਫਾਈਲ ਐਂਡ ਫਿਨਿਸ਼ ਕਰੋ। ਟਰਾਈ ਸਕੁਏਅਰ ਦੀ ਵਰਤੋਂ ਕਰਕੇ ਪੈਰਲਲਿਜ਼ਮ ਅਤੇ ਪਰਪੈਂਡੀਕੁਲੈਰਿਟੀ ਨੂੰ ਯਕੀਨੀ ਬਣਾਓ। ਸਟੀਲ ਰੂਲ ਦੀ ਵਰਤੋਂ ਕਰਕੇ ਮਾਪ ਦੀ ਜਾਂਚ ਕਰੋ। ਸਪੇਸੀਮਨ ਤਿਆਰ ਕਰਨ ਲਈ ਉਪਰੋਕਤ ਵਿਧੀ ਨਾਲ 4 ਅਜਿਹੇ ਵਰਕਪੀਸਿਸ ਤਿਆਰ ਕਰੋ। ਫੇਸ A ਉੱਤੇ ਮਾਰਕਿੰਗ ਮੀਡੀਆ ਦੁਬਾਰਾ ਅਪਲਾਈ ਕਰੋ। ਸਰਫੇਸ ਟੇਬਲ ਅਤੇ ਐਂਗਲ ਪਲੇਟ ਸਾਫ਼ ਕਰੋ। ਇਹ ਯਕੀਨੀ ਬਣਾਓ ਕਿ ਵਰਨੀਅਰ ਹਾਈਟ ਗੇਜ ਦੇ ਸਾਰੇ ਚੱਲਦੇ ਪੁਰਜ਼ੇ ਫੰਕਸ਼ਨਲ ਹਨ। ਸਰਫੇਸ ਟੇਬਲ ਉੱਤੇ ਐਂਗਲ ਪਲੇਟ ਦੀ ਮਦਦ ਨਾਲ ਜੌਬ ਨੂੰ ਸਪੋਰਟ ਕਰੋ। ਆਓ ਹੁਣ ਸਪੇਸੀਮਨਸ ਤਿਆਰ ਕਰਨਾ ਸਿੱਖੀਏ। ਵਰਨੀਅਰ ਹਾਈਟ ਗੇਜ ਦੀ ਵਰਤੋਂ ਕਰਦੇ ਹੋਏ ਫੇਸ C ਤੋਂ 45 mm ਅਤੇ 55 mm ਦੀ ਦੂਰੀ ਤੇ ਪੈਰਲਲ ਲਾਈਨਾਂ ਮਾਰਕ ਕਰੋ। ਫੇਸ B ਤੋਂ 20 mm ਦੀ ਦੂਰੀ ਤੇ ਇੱਕ ਲਾਈਨ ਮਾਰਕ ਕਰੋ। ਲੋੜੀਂਦੀ ਪ੍ਰੋਫਾਈਲ ਪ੍ਰਾਪਤ ਕਰਨ ਲਈ ਇੱਕ ਸਕਰਾਈਬਰ ਅਤੇ ਸਟੀਲ ਰੂਲ ਦੀ ਵਰਤੋਂ ਕਰਕੇ ਪ੍ਰੋਫਾਈਲ ਲਾਈਨਾਂ ਬਣਾਓ। ਡਾਟ ਪੰਚ ਅਤੇ ਬਾਲ ਪੀਨ ਹੈਮਰ ਦੀ ਵਰਤੋਂ ਕਰਦੇ ਹੋਏ ਪ੍ਰੋਫਾਈਲ ਨੂੰ ਵਿਟਨੈਸ ਮਾਰਕ ਕਰੋ। ਬੈਂਚ ਵਾਈਜ਼ ਉੱਤੇ ਹੈਕਸਾਇੰਗ ਦੁਆਰਾ ਵਾਧੂ ਸਮੱਗਰੀ ਨੂੰ ਹਟਾਓ। ਫਾਈਲਾਂ ਦੇ ਵੱਖ-ਵੱਖ ਗ੍ਰੇਡਾਂ ਦੀ ਵਰਤੋਂ ਕਰਕੇ ਫਾਈਲ ਅਤੇ ਫਿਨਿਸ਼ ਕਰੋ। ਇੱਕ ਛੋਟੀ ਫਲੈਟ ਫਾਈਲ ਦੀ ਵਰਤੋਂ ਕਰਕੇ ਸਪੇਸੀਮਨ 1 ਨੂੰ ਡੀਬਰ ਕਰੋ। ਵਰਨੀਅਰ ਬੇਵਲ ਪ੍ਰੋਟੈਕਟਰ ਨੂੰ ਵਰਕਪੀਸ ਉੱਤੇ ਰੱਖੋ ਜਿਵੇਂ ਕਿ ਡਾਇਗ੍ਰਾਮ ਵਿੱਚ ਦਿਖਾਇਆ ਗਿਆ ਹੈ।
ਕੁੱਲ ਰੀਡਿੰਗ ਇਕੁਅਲ ਟੂ ਮੁੱਖ ਸਕੇਲ ਦੀ ਰੀਡਿੰਗ ਪਲੱਸ ਮੇਲ ਖਾਂਦੀ ਵਰਨੀਅਰ ਸਕੇਲ ਡਿਵੀਜ਼ਨ ਇਨਟੂ ਸਭ ਤੋਂ ਘੱਟ ਗਿਣਤੀ। ਕੁੱਲ ਰੀਡਿੰਗ ਇਕੁਅਲ ਟੂ 63 ਡਿਗਰੀ ਪਲੱਸ 3 into 5 minutes equal to 63 degree 15 minutes। ਲੋੜੀਂਦੀ ਪ੍ਰੋਫਾਈਲ ਪ੍ਰਾਪਤ ਕਰਨ ਲਈ ਇੱਕ ਸਬਸਕ੍ਰਾਈਬਰ ਅਤੇ ਸਟੀਲ ਰੂਲ ਦੀ ਵਰਤੋਂ ਕਰਕੇ ਪ੍ਰੋਫਾਈਲ ਲਾਈਨਾਂ ਬਣਾਓ। ਡਾਟ ਪੰਚ ਅਤੇ ਬਾਲ ਪੀਨ ਹੈਮਰ ਦੀ ਵਰਤੋਂ ਕਰਦੇ ਹੋਏ ਪ੍ਰੋਫਾਈਲ ਨੂੰ ਵਿਟਨੈਸ ਮਾਰਕ ਕਰੋ। ਬੈਂਚ ਵਾਈਜ਼ ਉੱਤੇ ਹੈਕਸਾਈਨ ਦੁਆਰਾ ਵਾਧੂ ਸਮੱਗਰੀ ਨੂੰ ਹਟਾਓ। ਫਾਈਲਾਂ ਦੇ ਵੱਖ-ਵੱਖ ਗ੍ਰੇਡਾਂ ਦੀ ਵਰਤੋਂ ਕਰਕੇ ਫਾਈਲ ਅਤੇ ਫਿਨਿਸ਼ ਕਰੋ। ਇੱਕ ਛੋਟੀ ਫਲੈਟ ਫਾਈਲ ਦੀ ਵਰਤੋਂ ਕਰਕੇ ਸਪੇਸੀਮਨ 2 ਨੂੰ ਡੀਬਰ ਕਰੋ। ਵਰਨੀਅਰ ਬੈਵਲ ਪ੍ਰੋਟੈਕਟਰ ਨੂੰ ਵਰਕਪੀਸ ਉੱਤੇ ਰੱਖੋ ਜਿਵੇਂ ਕਿ ਡਾਇਗਰਾਮ ਵਿੱਚ ਦਿਖਾਇਆ ਗਿਆ ਹੈ। ਕੁੱਲ ਰੀਡਿੰਗ ਇਕੁਅਲ ਟੂ ਮੁੱਖ ਸਕੇਲ ਦੀ ਰੀਡਿੰਗ ਪਲੱਸ ਮੇਲ ਖਾਂਦੀ ਵਰਨੀਅਰ ਸਕੇਲ ਡਿਵੀਜ਼ਨ ਇਨਟੂ ਸਭ ਤੋਂ ਘੱਟ ਗਿਣਤੀ। ਕੁੱਲ ਰੀਡਿੰਗ ਇਕੁਅਲ ਟੂ 32 ਡਿਗਰੀ ਪਲੱਸ 3 into 5 minutes equal to 32 degree 15 minutes। ਵਰਨੀਅਰ ਹਾਈਟ ਗੇਜ ਦੀ ਵਰਤੋਂ ਕਰਦੇ ਹੋਏ ਫੇਸ B ਤੋਂ 17 mm ਅਤੇ 23 mm ਦੀ ਦੂਰੀ ਤੇ ਪੈਰਲਲ ਲਾਈਨਾਂ ਮਾਰਕ ਕਰੋ। ਫੇਸ C ਤੋਂ 35 mm ਦੀ ਦੂਰੀ ਤੇ ਇੱਕ ਲਾਈਨ ਮਾਰਕ ਕਰੋ। ਲੋੜੀਂਦੀ ਪ੍ਰੋਫਾਈਲ ਪ੍ਰਾਪਤ ਕਰਨ ਲਈ ਇੱਕ ਸਬਸਕ੍ਰਾਈਬਰ ਅਤੇ ਸਟੀਲ ਰੂਲ ਦੀ ਵਰਤੋਂ ਕਰਕੇ ਪ੍ਰੋਫਾਈਲ ਲਾਈਨਾਂ ਬਣਾਓ। ਡਾਟ ਪੰਚ ਅਤੇ ਬਾਲ ਪੀਨ ਹੈਮਰ ਦੀ ਵਰਤੋਂ ਕਰਦੇ ਹੋਏ ਪ੍ਰੋਫਾਈਲ ਨੂੰ ਵਿਟਨੈਸ ਮਾਰਕ ਕਰੋ। ਬੈਂਚ ਵਾਈਜ਼ ਉੱਤੇ ਹੈਕਸਾਈਨ ਦੁਆਰਾ ਵਾਧੂ ਸਮੱਗਰੀ ਨੂੰ ਹਟਾਓ। ਫਾਈਲਾਂ ਦੇ ਵੱਖ-ਵੱਖ ਗ੍ਰੇਡਾਂ ਦੀ ਵਰਤੋਂ ਕਰਕੇ ਫਾਈਲ ਅਤੇ ਫਿਨਿਸ਼ ਕਰੋ। ਇੱਕ ਛੋਟੀ ਫਲੈਟ ਫਾਈਲ ਦੀ ਵਰਤੋਂ ਕਰਕੇ ਸਪੇਸੀਮਨ 3 ਨੂੰ ਡੀਬਰ ਕਰੋ। ਵਰਨੀਅਰ ਬੈਵਲ ਪ੍ਰੋਟੈਕਟਰ ਨੂੰ ਵਰਕਪੀਸ ਉੱਤੇ ਰੱਖੋ ਜਿਵੇਂ ਕਿ ਡਾਇਗਰਾਮ ਵਿੱਚ ਦਿਖਾਇਆ ਗਿਆ ਹੈ। ਕੁੱਲ ਰੀਡਿੰਗ ਇਕੁਅਲ ਟੂ ਮੁੱਖ ਸਕੇਲ ਦੀ ਰੀਡਿੰਗ ਪਲੱਸ ਮੇਲ ਖਾਂਦੀ ਵਰਨੀਅਰ ਸਕੇਲ ਡਿਵੀਜ਼ਨ ਇਨਟੂ ਸਭ ਤੋਂ ਘੱਟ ਗਿਣਤੀ। ਕੁੱਲ ਰੀਡਿੰਗ ਇਕੁਅਲ ਟੂ 52 ਡਿਗਰੀ ਪਲੱਸ 0 into 5 minutes equal to 52 degree 0 minutes। ਵਰਨੀਅਰ ਹਾਈਟ ਗੇਜ ਦੀ ਵਰਤੋਂ ਕਰਦੇ ਹੋਏ ਫੇਸ C ਤੋਂ 25 mm ਅਤੇ 45 mm ਦੀ ਦੂਰੀ ਤੇ ਪੈਰਲਲ ਲਾਈਨਾਂ ਮਾਰਕ ਕਰੋ। ਫੇਸ B ਤੋਂ 10 mm ਦੀ ਦੂਰੀ ਤੇ ਇੱਕ ਲਾਈਨ ਮਾਰਕ ਕਰੋ। ਲੋੜੀਂਦੀ ਪ੍ਰੋਫਾਈਲ ਪ੍ਰਾਪਤ ਕਰਨ ਲਈ ਇੱਕ ਸਬਸਕ੍ਰਾਈਬਰ ਅਤੇ ਸਟੀਲ ਰੂਲ ਦੀ ਵਰਤੋਂ ਕਰਕੇ ਪ੍ਰੋਫਾਈਲ ਲਾਈਨਾਂ ਬਣਾਓ। ਡਾਟ ਪੰਚ ਅਤੇ ਬਾਲ ਪੀਨ ਹੈਮਰ ਦੀ ਵਰਤੋਂ ਕਰਦੇ ਹੋਏ ਪ੍ਰੋਫਾਈਲ ਨੂੰ ਵਿਟਨੈਸ ਮਾਰਕ ਕਰੋ। ਚੇਨ ਡ੍ਰਿਲਿੰਗ, ਹੈਕਸਾਇੰਗ ਅਤੇ ਚਿਪਿੰਗ ਕਰਕੇ ਵਾਧੂ ਸਮੱਗਰੀ ਨੂੰ ਹਟਾਓ। ਫਾਈਲਾਂ ਦੇ ਵੱਖ-ਵੱਖ ਗ੍ਰੇਡਾਂ ਦੀ ਵਰਤੋਂ ਕਰਕੇ ਫਾਈਲ ਅਤੇ ਫਿਨਿਸ਼ ਕਰੋ। ਇੱਕ ਛੋਟੀ ਫਲੈਟ ਫਾਈਲ ਦੀ ਵਰਤੋਂ ਕਰਕੇ ਸਪੇਸੀਮਨ 4 ਨੂੰ ਡੀਬਰ ਕਰੋ। ਵਰਨੀਅਰ ਬੈਵਲ ਪ੍ਰੋਟੈਕਟਰ ਨੂੰ ਵਰਕਪੀਸ ਉੱਤੇ ਰੱਖੋ ਜਿਵੇਂ ਕਿ ਡਾਇਗਰਾਮ ਵਿੱਚ ਦਿਖਾਇਆ ਗਿਆ ਹੈ।
ਕੁੱਲ ਰੀਡਿੰਗ ਇਕੁਅਲ ਟੂ ਮੁੱਖ ਸਕੇਲ ਦੀ ਰੀਡਿੰਗ ਪਲੱਸ ਮੇਲ ਖਾਂਦੀ ਵਰਨੀਅਰ ਸਕੇਲ ਡਿਵੀਜ਼ਨ ਇਨਟੂ ਸਭ ਤੋਂ ਘੱਟ ਗਿਣਤੀ। ਕੁੱਲ ਰੀਡਿੰਗ ਇਕੁਅਲ ਟੂ 87 ਡਿਗਰੀ ਪਲੱਸ 6 into 5 minutes equal to 87 degree 30 minutes। ਰੀਕੈਪ ਲਈ ਅਸੀਂ ਇਹ ਸਿੱਖਿਆ ਹੈ। ਇੱਕ ਯੂਨੀਵਰਸਲ ਬੇਵਲ ਪ੍ਰੋਟੈਕਟਰ ਦੇ ਹਿੱਸਿਆਂ ਦੀ ਪਛਾਣ ਕਰਨਾ। ਵਰਨੀਅਰ ਬੇਵਲ ਪ੍ਰੋਟੈਕਟਰ ਦੀ ਵਰਤੋਂ ਕਰਦੇ ਹੋਏ ਹਿੱਸਿਆਂ ਦੇ ਵੱਖ-ਵੱਖ ਐਕਿਊਟ ਐਂਗਲਸ ਨੂੰ ਮਾਪਣਾ। ਅਕਿਊਟ ਐਂਗਲ ਸੈਟਿੰਗ ਲਈ ਵਰਨੀਅਰ ਬੇਵਲ ਪ੍ਰੋਟੈਕਟਰ ਨੂੰ ਰੀਡ ਕਰਨਾ। ਐਂਗੂਲਰ ਮੇਜਰਿੰਗ ਇੰਸਟਰੂਮੈਂਟ ਐਕਿਊਟ ਐਂਗਲ ਦੀ ਪ੍ਰੈਕਟਿਸ ਕਰਨ ਬਾਰੇ ਦੀ ਇਹ ਐਕਸਰਸਾਈਜ਼ ਇੱਥੇ ਹੀ ਸਮਾਪਤ ਹੁੰਦੀ ਹੈ। ਮਿਲਦੇ ਹਾਂ ਅਗਲੀ ਐਕਸਰਸਾਈਜ਼ ਦੇ ਵਿੱਚ।